Praise the Lord. Good evening, brother and sisters. ਕੀ ਹਾਲ ਆ ਜੀ ਤੁਹਾਡਾ? ਠੀਕ ਹੋ? ਅੱਜ ਬਹੁਤ ਦਿਨਾਂ ਦੇ ਬਾਅਦ ਤੁਹਾਡੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਤੋਂ ਚਿੰਤਤ ਹਾਂ ਕਿ ਇਸ ਵੇਲੇ ਪੰਜਾਬ ਦੇ ਵਿੱਚ ਔਰ ਇੰਡੀਆ ਦੇ ਵਿੱਚ ਦੁਬਾਰਾ ਸਿਰੇ ਤੋਂ ਕਾਫੀ ਇਸ ਬਿਮਾਰੀ ਨੇ ਕੋਵਿਡ-19 ਨੇ ਕਾਫੀ ਜ਼ਿਆਦਾ ਜਿਹੜਾ ਆ ਉਹ ਜ਼ੋਰ ਫੜਿਆ। ਉਹਦੇ ਲਈ ਮੈਂ ਸਾਰੇ ਲੋਕਾਂ ਨੂੰ ਅਪੀਲ ਕਰਨੀ ਚਾਹੂੰਗਾ ਕਿ ਇਸ ਬਿਮਾਰੀ ਨੂੰ ਨਰਮੀ ਦੇ ਨਾਲ ਨਾ ਦੇਖੋ, ਕਿਉਂਕਿ ਇਹ ਭਿਆਨਕ ਆ ਔਰ ਇਹਦਾ ਬਚਾਅ ਜਿਹੜਾ ਆ ਉਹ ਆਪਣਾ ਬਚਾਓ ਕਰਾਂਗੇ ਤਾਂ ਹੀ ਬਚਾਓ ਜਿਹੜਾ ਉਹ ਜ਼ਰੂਰੀ ਆ। ਤੇ ਮਹੱਤਵਪੂਰਨ ਗੱਲ ਜਿਹੜੀ ਅੱਜ ਤੁਹਾਡੇ ਨਾਲ ਬਾਈਬਲ ਦੇ ਵਿਸ਼ੇ ਤੇ ਗੱਲ ਕਰਨ ਬਾਰੇ ਮੈਂ ਤੁਹਾਡੇ ਨਾਲ ਅੱਜ ਰੂਬਰੂ ਹੋ ਰਿਹਾ। ਮੇਨ ਵਿਸ਼ਾ ਮੇਰਾ ਅੱਜ ਦਾ ਗੱਲ ਕਰਨ ਦਾ ਬਹੁਤ ਕ੍ਰਿਟੀਕਲ ਆ ਔਰ ਕਾਫੀ ਲੋਕਾਂ ਨੂੰ ਇਸ ਚੀਜ਼ ਦੇ ਵਿੱਚ ਗੁੱਸਾ ਲੱਗੇਗਾ, ਲੇਕਿਨ ਜੋ ਕੁਝ ਵੀ ਮੈਂ ਤੁਹਾਡੇ ਨਾਲ ਗੱਲਬਾਤ ਕਰਨ ਜਾ ਰਿਹਾ ਉਹ ਮੇਰੀ ਆਪਣੀ ਪਰਸਨਲ ਓਪੀਨੀਅਨ ਨਹੀਂ ਕੀ, ਉਹ ਸਿਰਫ ਤੇ ਸਿਰਫ ਪਵਿੱਤਰ ਬਚਨ ਬਾਈਬਲ ਤੋਂ ਆ। ਜੋ ਬਾਈਬਲ ਸਾਨੂੰ ਦੱਸਦੀ ਆ ਅਸੀਂ ਉਹੋ ਹੀ ਚੀਜ਼ਾਂ ਜਿਹੜੀਆਂ ਅੱਜ ਡਿਸਕਸ਼ਨ ਕਰਾਂਗੇ। ਮੈਂ ਆਪਣੇ ਸਾਰੇ ਸੁਣਨ ਵਾਲਿਆਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਕਿਸੇ ਨੂੰ ਵੀ ਕੋਈ ਕੁਐਸਚਨਸ ਹੋਵੇ ਪਲੀਜ਼ ਗੱਲ ਕਰਦੇ ਸਮੇਂ ਇੰਟਰਪਟ ਨਾ ਕਰਿਓ। ਨੋਟ ਕਰ ਸਕਦੇ ਹੋ ਤੁਸੀਂ, ਸੈਕੰਡ ਟਾਈਮ ਤੁਸੀਂ ਉਹਨੂੰ ਦੁਬਾਰਾ ਪੁੱਛ ਸਕਦੇ ਹੋ ਜੇਕਰ ਤੁਸੀਂ ਬਾਈਬਲ ਦੇ ਨਾਲ ਨਹੀਂ ਸਹਿਮਤ ਹੋ। ਲੇਕਿਨ ਕਈ ਵਾਰ ਕੀ ਹੁੰਦਾ ਕਿ ਜਦੋਂ ਅਸੀਂ ਗੱਲ ਕਰਦੇ ਆ ਤੇ ਕਾਫੀ ਲੋਕ ਇਹੋ ਜਿਹੇ ਸੁਣਨ ਵਾਲੇ ਵਿੱਚ ਆਉਂਦੇ ਆ, ਉਹ ਟੌਪਿਕ ਤੇ ਗੱਲ ਨਹੀਂ ਕਰਦੇ। ਉਸ ਟੌਪਿਕ ਤੇ ਜਿਹੜੀ ਅਸੀਂ ਗੱਲ ਕਰਦੇ ਹੁੰਦੇ ਆ ਉਹ ਤੋਂ ਕੰਪਲੀਟਲੀ ਆਪੋਜਿਟ ਜਿਹੜਾ ਆ ਉਹ ਜਾਣ ਦੀ ਕੋਸ਼ਿਸ਼ ਕਰਦੇ ਆ। ਸਮਝਣ ਦੀ ਬਜਾਏ ਉਹ ਲੋਕ ਜਿਹੜੇ ਆ ਉਹ ਸਿਰਫ ਤੇ ਸਿਰਫ ਇੰਟਰਪਟ ਕਰਨ ਦੀ ਕੋਸ਼ਿਸ਼ ਕਰਦੇ ਆ। ਵਿਸ਼ਾ ਸਿਰ ਢੱਕਣ ਦਾ ਕਿ ਔਰਤਾਂ ਸਿਰ ਕਿਉਂ ਨਹੀਂ ਢੱਕਦੀਆਂ ਜਾਂ ਮਰਦ ਜਿਹੜੇ ਆ ਉਹ ਚਰਚ ਦੇ ਵਿੱਚ ਸਿਰ ਢੱਕਦੇ ਆ ਜਾਂ ਪਹਿਲਾਂ ਢੱਕਦੇ ਸੀ ਤਾਂ ਹੁਣ ਕਿਉਂ ਨਹੀਂ ਢੱਕਦੇ। ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵਚਨ ਦੇ ਵਿੱਚੋਂ। ਸੰਤ ਪੌਲ ਕੁਰਿੰਥੀਅਨ 11, ਜੇਕਰ ਕਿਸੇ ਕੋਲ ਵੀ ਤੁਸੀਂ ਵਾਚ ਕਰ ਰਹੇ ਹੋ ਇਸ ਵੇਲੇ, ਤੁਹਾਡੇ ਕੋਲ ਜੇ ਬਾਈਬਲ ਹੈ ਤਾਂ ਤੁਸੀਂ ਬਾਈਬਲ ਨੂੰ ਖੋਲ੍ਹ ਕੇ ਮੇਰੇ ਨਾਲ ਦੇਖ ਸਕਦੇ ਹੋ ਤੁਸੀਂ, ਕਿਉਂਕਿ ਜਿਸ ਟੌਪਿਕ 'ਤੇ ਮੈਂ ਗੱਲ ਕਰਨ ਜਾ ਰਿਹਾ ਉਹ ਜ਼ਰੂਰੀ ਆ ਕਿ ਉਹ ਵਚਨ ਦੇ ਹੀ ਦੁਆਰਾ ਕੀਤੀ ਜਾਵੇ। ਸੰਤ ਪੌਲ ਨੇ ਇਹ ਗੱਲ ਕਿਉਂ ਕਹਿਤੀ ਕਿ ਔਰਤਾਂ ਨੂੰ ਜਿਹੜਾ ਆ ਉਹ ਸਿਰ ਢੱਕਣਾ ਚਾਹੀਦਾ ਚਰਚ ਦੇ ਵਿੱਚ ਔਰ ਮਰਦ ਜਿਹੜੇ ਆ ਉਹ ਸਿਰ ਨਾ ਢੱਕਣ? ਕਿਉਂ ਨੌਬਤ ਆਈ ਹੈ? ਜਦ ਕਿ ਅਸੀਂ ਪੁਰਾਣੇ ਅਹਿਦਨਾਮੇ ਨੂੰ ਦੇਖਦੇ ਆ ਤਾਂ ਉਹਦੇ ਵਿੱਚ ਜਿਹੜਾ ਹਾਈ ਪ੍ਰੀਸਟ ਪੁਰਾਣੇ ਜ਼ਮਾਨੇ 'ਚ ਸੀ ਉਹ ਵੀ ਸਿਰ ਢੱਕਿਆ ਹੁੰਦਾ ਸੀ ਉਹਦਾ। ਕਾਫੀ ਸਮਾਂ ਪਹਿਲਾਂ ਜਿਹੜਾ ਆ
ਜਿੰਨੀਆਂ ਵੀ ਇਹ ਹਿੰਦੀ ਜਾਂ ਉਰਦੂ ਜਾਂ ਇੰਗਲਿਸ਼ ਮਸੀਹੀ ਮੂਵੀਆਂ ਬਣੀਆਂ, ਉਹਨਾਂ ਦੌਰਾਨ ਵੀ ਤੁਸੀਂ ਦੇਖਿਆ ਕਿ ਯਿਸੂ ਮਸੀਹ ਦਾ ਸਿਰ ਢੱਕਿਆ ਹੋਇਆ ਪ੍ਰਾਰਥਨਾ ਕਰ ਰਹੇ ਆ। ਤੇ ਬਹੁਤੇ ਲੋਕੀ ਇਸੇ ਚੀਜ਼ਾਂ ਤੇ ਕੁਐਸਚਨ ਕਰਦੇ ਆ ਕਿ ਜਿਹੜਾ ਓਲਡ ਟੈਸਟਾਮੈਂਟ ਕੂਚ ਦੀ ਕਿਤਾਬ ਦੇ ਵਿੱਚ ਮੂਸਾ, ਹरून, ਉਹ ਜਿੰਨੇ ਵੀ ਸੀ ਸਾਰਿਆਂ ਦੇ ਪੱਗਾਂ ਬੰਨੀਆਂ ਹੋਈਆਂ ਸੀ ਤੇ ਉਹਨਾਂ ਦੇ ਸਿਰ ਢੱਕੇ ਹੋਏ ਸੀ। ਮੈਂ ਇਸ ਕਰਕੇ ਤੁਹਾਡੇ ਨਾਲ ਇਹ ਚੀਜ਼ ਦੀ ਮੈਂ ਗੱਲ ਕਰਨੀ ਚਾਹੁੰਦਾ ਕਿ ਓਲਡ ਟੈਸਟਾਮੈਂਟ ਦੇ ਵਿੱਚ ਪੱਗਾਂ ਬੰਨ੍ਹਣੀਆਂ, ਪ੍ਰੀਸਟ ਦਾ ਸਿਰ ਢੱਕਣਾ, ਜਾਂ ਜਿਸ ਵੇਲੇ ਪੌਲੁਸ ਰਸੂਲ ਕੁਰਿੰਥੀਆਂ ਦੇ ਨਾਲ ਗੱਲ ਕਰ ਰਿਹਾ, ਉਹਨਾਂ ਨੂੰ ਜਿਹੜਾ ਆ ਉਹਨੂੰ ਕਿਉਂ ਜ਼ਰੂਰਤ ਪਈ ਦੱਸਣ ਦੀ ਕਿ ਤੁਸੀਂ ਜਿਹੜਾ ਆ ਮਰਦ ਨੇ ਚਰਚ ਦੇ ਵਿੱਚ ਸਿਰ ਨਹੀਂ ਢਕਣਾ ਔਰ ਔਰਤ ਨੇ ਸਿਰ ਜਿਹੜਾ ਉਹ ਢਕਣਾ। ਆਓ ਵਚਨ ਦੇ ਵਿੱਚ ਦੇਖਦੇ ਆ ਕਿ ਲਿਖਿਆ ਹੈ, ਤੇ ਮੈਂ ਤੁਹਾਡੀ ਪ੍ਰਸ਼ੰਸਾ ਕਰਦਾ ਹਾਂ ਕਿਉਂ ਜੋ ਤੁਸੀਂ ਹਰ ਗੱਲ ਵਿੱਚ ਮੈਨੂੰ ਚੇਤੇ ਕਰਦੇ ਹੋ। ਪੌਲੁਸ ਰਸੂਲ ਕੁਰਿੰਥੀਆਂ ਨੂੰ ਲਿਖ ਰਿਹਾ ਹੈ, ਜਿਹੜੇ ਵੀ ਉਪਦੇਸ਼ ਮੈਂ ਤੁਹਾਨੂੰ ਦਿੱਤੇ ਆ, ਤੁਹਾਨੂੰ ਉਹਨਾਂ ਦਾ ਵਫਾਦਾਰੀ ਦੇ ਨਾਲ ਔਰ ਸ਼ਾਸਨ ਦੇ ਨਾਲ ਜਿਹੜਾ ਆ ਉਹ ਯਕੀਨ ਕਰਨਾ ਚਾਹੀਦਾ। ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਸਮਝ ਲਵੋ ਵੀ ਹਰ ਮਨੁੱਖ ਦਾ ਮੁਖੀ ਮਸੀਹ ਆ। ਲੇਕਿਨ ਹਰ ਜਿਹੜਾ ਮਨੁੱਖ ਵਾ ਉਹਦਾ ਮੁਖੀ ਜਿਹੜਾ ਆ ਉਹ ਮਸੀਹ ਆ, ਤੇ ਔਰਤ ਦਾ ਮੁਖੀ ਜਿਹੜਾ ਆ ਉਹ ਮਰਦ ਵਾ। ਦੋ ਚੀਜ਼ਾਂ ਅਸੀਂ ਇਹਦੇ ਵਿੱਚ ਦੇਖਦੇ ਆ ਕਿ ਔਰਤ ਦਾ ਜਿਹੜਾ ਸਿਰ ਆ ਉਹ ਮਰਦ ਵਾ, ਔਰ ਮਰਦ ਦਾ ਜਿਹੜਾ ਮੁਖੀ ਆ ਸਿਰ ਵਾ ਉਹ ਪ੍ਰਭੂ ਯਿਸੂ ਮਸੀਹ ਆ। ਇਹ 'ਚ ਲਿਖਿਆ ਕਿ ਜੇਕਰ ਕੋਈ ਵੀ ਆਦਮੀ ਜਿਹੜਾ ਸਿਰ ਢੱਕ ਕੇ ਪ੍ਰਾਰਥਨਾ ਜਾਂ ਭਵਿੱਖਬਾਣੀ ਕਰਦਾ, ਉਹ ਆਪਣੇ ਸਿਰ ਨੂੰ ਸ਼ਰਮ ਸਾਰੀ ਲਿਆਉਂਦਾ ਹੈ। ਹੁਣ ਓਲਡ ਟੈਸਟਾਮੈਂਟ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਸਾਰੇ ਦੇ ਸਾਰੇ ਲੋਕ ਜਿਹੜੇ ਆ ਉਹ ਤਾਂ ਸਿਰ ਢੱਕ ਕੇ ਪ੍ਰਾਰਥਨਾ ਕਰਦੇ ਸੀ। ਤਾਂ ਪੌਲੁਸ ਨੇ ਕਿਉਂ ਕਹਿਤਾ ਬਈ ਜਿਹੜਾ ਤੁਸੀਂ ਮਰਦ ਜੇਕਰ ਸਿਰ ਢੱਕ ਕੇ ਪ੍ਰਾਰਥਨਾ ਕਰੇਗਾ ਜਾਂ ਭਵਿੱਖਬਾਣੀ ਕਰੇਗਾ ਜਾਂ ਪ੍ਰਚਾਰ ਕਰੇਗਾ ਤਾਂ ਉਹ ਆਪਣੇ ਸਿਰ ਨੂੰ ਸ਼ਰਮਸਾਰ ਕਰੇਗਾ। ਪਰ ਔਰਤ ਨੂੰ ਆਪਣਾ ਸਿਰ ਢੱਕਣਾ ਚਾਹੀਦਾ ਹੈ ਜਦੋਂ ਉਹ ਪ੍ਰਾਰਥਨਾ ਜਾਂ ਅਗਮ ਵਾਕ ਕਰਦੀ ਹੈ। ਜੇ ਉਹਦਾ ਸਿਰ ਢੱਕਿਆ ਹੋਇਆ ਨਹੀਂ ਤਾਂ ਫਿਰ ਉਹ ਆਪਣੇ ਸਿਰ ਉੱਤੇ ਸ਼ਰਮਸਾਰੀ ਲਿਆਉਂਦੀ ਹੈ। ਫਿਰ ਉਸ ਵਿੱਚ ਅਤੇ ਸਿਰ ਮੁੰਨੇ ਵਾਲੀ ਔਰਤ ਵਿੱਚ ਕੋਈ ਫਰਕ ਨਹੀਂ ਹੈ। ਜੇ ਇੱਕ ਔਰਤ ਆਪਣਾ ਸਿਰ ਨਹੀਂ ਢੱਕਦੀ, ਉਹ ਉਸਦੇ ਵਾਲ ਕਟਾਉਣ ਵਰਗਾ ਹੀ ਆ। ਮੋਸਟਲੀ ਅਸੀਂ ਦੇਖਦੇ ਹਾਂ ਕਿ ਔਰਤਾਂ ਨੂੰ ਹੀ ਅਸੀਂ ਕਹਿੰਦੇ ਹਾਂ ਕਿ ਇਹ ਸਿਰ ਨਹੀਂ ਢੱਕਦੀਆਂ ਜੀ। ਸਿਰ ਕਿਉਂ ਢੱਕਦੀਆਂ ਜਾਂ ਨਹੀਂ ਢੱਕਦੀਆਂ? ਚਰਚ ਦੇ ਵਿੱਚ ਨੰਗੇ ਸਿਰ ਕਿਉਂ ਆਉਂਦੀਆਂ? ਸਪੈਸ਼ਲੀ ਜਦੋਂ ਇਹ ਪੁਰਾਣੇ ਓਲਡ ਟੈਸਟਾਮੈਂਟ ਵੀ ਦੇ ਅਸੀਂ ਦੇਖਦੇ ਹਾਂ ਕਿ ਔਰਤਾਂ ਜਿਹੜੀਆਂ ਮੋਸਟਲੀ ਸਿਰ ਢੱਕਦੀਆਂ, ਤੇ ਅੱਜ ਕੱਲ੍ਹ ਜਿਹੜੀਆਂ ਉਹ ਸਿਰ ਨਹੀਂ ਢੱਕਦੀਆਂ। ਜੇਕਰ ਤੁਸੀਂ ਉਹਨਾਂ ਬਾਰੇ ਇਹ ਗੱਲ ਕਰਦੇ ਆ ਕਿ ਔਰਤ ਨੇ ਸਿਰ ਨਹੀਂ ਢੱਕਿਆ, ਤੇ ਉੱਥੇ ਜਿਹੜਾ ਆ ਉਹ ਲੜਾਈ ਦਾ ਕਾਰਨ ਬਣ ਜਾਂਦਾ, ਔਰ ਕਲੀਸਿਆ ਦੇ ਵਿੱਚ ਜਿਹੜੀ ਆ ਉਹ ਜਦੋਜਹਿਦ ਚੱਲ ਜਾਂਦੀ ਹੈਗੀ ਆ, ਕਿਉਂਕਿ ਕੋਈ ਆਪਣੀ ਓਪੀਨੀਅਨ ਦਿੰਦਾ ਕਿ ਔਰਤ ਨੂੰ ਸਿਰ ਢੱਕਣਾ ਚਾਹੀਦਾ ਜਾਂ ਨਹੀਂ ਚਾਹੀਦਾ। ਲੇਕਿਨ ਬਾਈਬਲ ਜੋ ਸਾਨੂੰ ਦੱਸਦੀ ਆ, ਸਾਨੂੰ ਉਹਨੂੰ ਫਾਲੋ ਕਰਨਾ ਚਾਹੀਦਾ ਕਿ ਇਸ ਵਚਨ ਨੂੰ ਪੌਲੁਸ ਰਸੂਲ ਨੇ ਕਿਉਂ ਕਲੀਸਿਆ ਨੂੰ ਮੰਨਣ ਲਈ ਇਹ ਗੱਲ ਕਹੀ ਹੈ। ਲੇਕਿਨ ਬਹੁਤ ਸਾਰੇ ਲੋਕ ਇਸ ਚੀਜ਼ਾਂ ਦੇ ਨਾਲ ਸਹਿਮਤ ਨਹੀਂ ਹੁੰਦੇ। ਖੈਰ, ਉਹਨਾਂ ਦੀ
ਆਪਣੀ ਇੱਛਾ ਆ ਕਿ ਉਹ ਸਹਿਮਤ ਹੁੰਦੇ ਆ ਜਾਂ ਨਹੀਂ ਹੁੰਦੇ, ਲੇਕਿਨ ਬਾਈਬਲ ਪਵਿੱਤਰ ਬਚਨ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਆਹ ਵਚਨ ਇਹਦੇ ਵਿੱਚ ਜਿਹੜਾ ਆ ਉਹ ਛੱਡ ਦਿੱਤਾ ਜਾਵੇ ਔਰ ਇਹਨੂੰ ਮੰਨ ਲਿੱਤਾ ਜਾਵੇ, ਕਿਉਂਕਿ ਹਰ ਵਚਨ ਜਿਹੜਾ ਪਵਿੱਤਰ ਬਾਈਬਲ ਦੇ ਵਿੱਚ ਲਿਖਿਆ ਗਿਆ ਹੈ ਉਹ ਪਰਮੇਸ਼ਵਰ ਦੀ ਵੱਲੋਂ ਆ ਔਰ ਮੰਨਣ ਦੇ ਜਿਹੜਾ ਉਹ ਯੋਗ ਹੈਗਾ ਆ। ਸੈਕੰਡ ਅਸੀਂ ਦੇਖਦੇ ਹਾਂ ਕਿ ਆਦਮੀ 7ਵੀਂ ਆਇਤ 'ਚ ਦੇਖਦੇ ਹਾਂ, ਪਰ ਆਦਮੀ ਨੂੰ ਆਪਣਾ ਸਿਰ ਢੱਕਣਾ ਨਹੀਂ ਚਾਹੀਦਾ ਕਿਉਂਕਿ ਉਹ ਪਰਮੇਸ਼ਵਰ ਦੇ ਰੂਪ ਵਿੱਚ ਰਚਿਆ ਗਿਆ ਅਤੇ ਉਹ ਪਰਮੇਸ਼ਵਰ ਦੀ ਮਹਿਮਾ ਹੈ। ਪਰ ਔਰਤ ਦੇ ਲਈ ਇਹ ਮਾਣ ਦੀ ਗੱਲ ਹੈ ਕਿਉਂਕਿ ਆਦਮੀ ਔਰਤ ਤੋਂ ਨਹੀਂ ਆਇਆ, ਸਗੋਂ ਇਹ ਔਰਤ ਹੀ ਸੀ ਜੋ ਆਦਮੀ ਤੋਂ ਆਈ ਹੈ। ਸਗੋਂ ਔਰਤ ਆਦਮੀ ਲਈ ਬਣਾਈ ਗਈ ਸੀ, ਇਸੇ ਲਈ ਔਰਤ ਨੂੰ ਇਹ ਦਰਸਾਉਣ ਲਈ ਕਿ ਉਹ ਕਿਸੇ ਦੇ ਅਧਿਕਾਰ ਹੇਠਾਂ ਹੈ ਔਰ ਆਪਣਾ ਸਿਰ ਢੱਕਣ ਲਈ ਉਹਨੂੰ ਜ਼ਰੂਰੀ ਆ। ਇਹ ਪੌਲੁਸ ਰਸੂਲ ਨੇ ਜਿਹੜਾ ਬਾਈਬਲ ਦੇ ਵਿੱਚ ਦੱਸਿਆ ਹੈਗਾ। ਜਦੋਂ ਅਸੀਂ ਉਤਪਤੀ ਦੀ ਕਿਤਾਬ ਦੇ ਵਿੱਚ ਵੀ ਦੇਖਦੇ ਆ ਤਾਂ ਉੱਥੇ ਵੀ ਅਸੀਂ ਇਹੀ ਦੇਖਦੇ ਆ ਕਿ ਔਰਤ ਨੂੰ ਮਰਦ ਤੋਂ ਬਾਅਦ ਦੇ ਵਿੱਚ ਬਣਾਇਆ। ਮਰਦ ਨੂੰ ਪਰਮੇਸ਼ਵਰ ਨੇ ਆਪਣੇ ਰੂਪ ਦੇ ਵਿੱਚ ਸਾਜਿਆ। ਜਿਹੜੇ ਅਸੀਂ ਪਰਮੇਸ਼ਵਰ ਨੂੰ ਮੰਨਦੇ ਆ ਉਹ ਫਸਟ ਆਇਡੈਂਟੀਟੀ ਜਿਹੜੀ ਹੈਗੀ ਆ ਉਹ ਮਰਦ ਦੀ ਆ। ਅਸੀਂ ਪਰਮੇਸ਼ਵਰ ਕਿਸੇ ਦੇਵੀ ਪਰਮੇਸ਼ਵਰ ਨੂੰ ਨਹੀਂ ਮੰਨਦੇ ਕਿ ਸਾਡਾ ਪਰਮੇਸ਼ਵਰ ਕੋਈ ਔਰਤ ਆ ਜਾਂ ਸਾਡਾ ਪਰਮੇਸ਼ਵਰ ਕੋਈ ਦੇਵੀ ਆ। ਇਸ ਕਰਕੇ ਜਦੋਂ ਪਰਮੇਸ਼ਵਰ ਨੇ ਆਦਮ ਨੂੰ ਬਣਾਇਆ ਤੇ ਆਦਮ ਨੂੰ ਉਹਨੇ ਆਪਣੇ ਰੂਪ ਦੇ ਉੱਤੇ ਸਾਜਿਆ। ਲੇਕਿਨ ਜੇਕਰ ਅਸੀਂ ਸਾਰੇ ਹੀ ਓਲਡ ਟੈਸਟਾਮੈਂਟ ਦੀਆਂ ਧਿਆਨ ਦਈਏ ਤਾਂ ਸਿਰ ਢੱਕਣ ਦੀ ਜਿਹੜੀ ਪ੍ਰਥਾ ਉਸ ਵੇਲੇ ਸੀ, ਲੇਕਿਨ ਪ੍ਰਭੂ ਯਿਸੂ ਮਸੀਹ ਦੇ ਹੁੰਦਿਆਂ ਵੀ ਯਹੂਦੀ ਤੇ ਹੋਰ ਜਿਹੜੇ ਕਈ ਧਰਮਾਂ ਦੇ ਲੋਕ ਸੀਗੇ, ਹੋਰ ਜਿਹੜੇ ਲੋਕ ਸੀ ਉਹ ਇਹਨਾਂ ਚੀਜ਼ਾਂ ਦੀ ਪਾਲਣਾ ਕਰਦੇ ਸੀ। ਲੇਕਿਨ ਪ੍ਰਭੂ ਯਿਸੂ ਦੇ ਜੀ ਉੱਠਣ ਤੋਂ ਬਾਅਦ ਜਿਸ ਤਰ੍ਹਾਂ ਪ੍ਰਭੂ ਯਿਸੂ ਨੇ ਸਲੀਬ ਦੇ ਉੱਤੇ ਜਾਨ ਦਿੱਤੀ ਤੇ ਹੈਕਲ ਦਾ ਪਰਦਾ ਜਿਹੜਾ ਸੀ ਉਹ ਉੱਤੋਂ ਲੈ ਕੇ ਥੱਲੇ ਤੱਕ ਜਿਹੜਾ ਸੀ ਉਹ ਫਟ ਗਿਆ। ਫਟਣ ਦਾ ਕਾਰਨ ਕੀ ਸੀ ਕਿ ਸਭ ਤੋਂ ਪਹਿਲਾਂ ਜਿਹੜੇ ਪੁਰਾਣੇ ਟਾਈਮ ਦੇ ਵਿੱਚ ਜਿੰਨੇ ਵੀ ਹਾਈ ਪ੍ਰੀਸਟ ਸੀ ਉਹ ਉਸ ਪਰਦੇ ਦੇ ਪਿੱਛੇ ਜਾਂਦੇ ਸੀ ਔਰ ਇਨਸਾਨ ਦੇ ਪਾਪਾਂ ਦੀਆਂ ਬਲੀਆਂ ਜਿਹੜੀਆਂ ਸੀ ਉਹ ਚੜਾਉਂਦੇ ਸੀ। ਤਾਂ ਲੋਕ ਜਿਹੜੇ ਆ ਉਹਨਾਂ ਚੀਜ਼ਾਂ ਤੇ ਉਸ ਵੇਲੇ ਪ੍ਰਥਾ ਦੇ ਉੱਤੇ ਕਾਇਮ ਸੀ। ਲੇਕਿਨ ਜਦੋਂ ਪਰਦਾ ਫਟ ਗਿਆ ਉਹ ਜਿੰਨੇ ਵੀ ਹਾਈ ਪ੍ਰੀਸਟ ਓਲਡ ਟੈਸਟਾਮੈਂਟ ਵਿੱਚ ਸੀਗੇ ਸਭ ਖਤਮ ਹੋ ਗਏ, ਸਭ ਰੀਤੀ ਰਿਵਾਜ ਖਤਮ ਹੋ ਗਏ। ਤਾਂ ਪ੍ਰਭੂ ਯਿਸੂ ਪਰਮੇਸ਼ਵਰ ਸਾਡਾ ਹਾਈ ਪ੍ਰੀਸਟ ਬਣ ਗਿਆ। ਜਦੋਂ ਹੁਣ ਸਾਡਾ ਪਰਮੇਸ਼ਵਰ ਹਾਈ ਪ੍ਰੀਸਟ ਆ, ਉਹ ਸਾਡਾ ਮਹਾਜਾਜਕ ਆ, ਤਾਂ ਸਾਨੂੰ ਜਿਹੜਾ ਆ ਉਹ ਹੁਣ ਕਿਸੇ ਵੀ ਵਿਚੋਲੇ ਦੀ ਜ਼ਰੂਰਤ ਨਹੀਂ ਕੀ। ਇਸ ਕਰਕੇ ਬਾਈਬਲ ਦੇ ਵਿੱਚ ਲਿਖਿਆ ਕਿ ਮਸੀਹ ਕਲੀਸਿਆ ਦਾ ਸਿਰ ਵਾ। ਕਲੀਸਿਆ ਕਿਹਦੀ ਆ? ਐਜ਼ ਏ ਮਰਦ, ਐਜ਼ ਏ ਫੈਮਿਲੀ ਦਾ ਜਿਹੜਾ ਹੈਡ ਇੰਚਾਰਜ ਆ। ਚਰਚ ਦੇ ਵਿੱਚ ਜਿਹੜਾ ਪ੍ਰੀਸਟਹੁੱਡ ਆ ਉਹਨੂੰ ਗਿਣਿਆ ਗਿਆ। ਔਰਤ ਉਸ ਤੋਂ ਥੱਲੇ ਆਈ, ਇਸ ਕਰਕੇ ਔਰਤ ਦਾ ਸਿਰ ਢੱਕਣਾ ਜ਼ਰੂਰੀ ਆ ਔਰ ਮਰਦ ਦਾ ਜਿਹੜਾ ਸਿਰ ਢੱਕਣਾ ਉਹ ਜ਼ਰੂਰੀ ਨਹੀਂ ਗਾ। ਓਲਡ ਟੈਸਟਾਮੈਂਟ ਦੇ ਵਿੱਚ ਜੇਕਰ ਲੋਕ ਸਿਰ ਢੱਕਦੇ ਸੀ ਉਹ ਆਪਣੀ ਸ਼ਰਮ ਦੇ ਕਾਰਨ ਸਿਰ ਢੱਕਦੇ ਸੀ, ਆਪਣੇ ਗੁਨਾਹਾਂ ਦੇ ਕਾਰਨ ਸਿਰ ਢੱਕਦੇ ਸੀ। ਅੱਜ ਸਾਡੇ ਗੁਨਾਹਾਂ ਦੀ ਖਾਤਰ ਪ੍ਰਭੂ ਯਿਸੂ ਦੇ ਖੂਨ ਦੇ ਦੁਆਰਾ ਸਾਡੇ ਤੋਂ ਉਹ ਪ੍ਰਥਾ ਜਿਹੜੀ ਆ
ਉਹ ਖਤਮ ਕਰ ਦਿੱਤੀ ਗਈ ਹੈ। ਜੇਕਰ ਅਸੀਂ ਅੱਜ ਵੀ ਆਪਣਾ ਸਿਰ ਢੱਕ ਕੇ ਤੁਰਦੇ ਹਾਂ ਤੇ ਅਸੀਂ ਉਹਦੇ ਵਿੱਚ ਆਪਣੇ ਪਰਮੇਸ਼ਰ ਪ੍ਰਭੂ ਯਿਸੂ ਦੀ ਜਿਹੜੀ ਆ ਉਹ ਇੱਜ਼ਤ ਨੂੰ ਜਿਹੜਾ ਆ ਉਹ ਘੱਟ ਕਰਦੇ ਆ, ਉਹਨੂੰ ਅਸੀਂ ਗ੍ਰਹਿਣ ਨਹੀਂ ਕਰਦੇ। ਬੇਸਿਕਲੀ ਅਸੀਂ ਪਰਮੇਸ਼ਰ ਦੇ ਹੁਕਮ ਦੀ ਜਿਹੜੀ ਉਹ ਪਾਲਣਾ ਨਹੀਂ ਕਰਦੇ, ਉਹਨੂੰ ਆਪਣਾ ਸਿਰ ਅਸੀਂ ਨਹੀਂ ਮੰਨਦੇ। ਇਸ ਕਰਕੇ ਪੌਲ ਜਿਹੜਾ ਆ ਉਹ ਸਾਨੂੰ ਇਸ ਵਚਨ ਦੇ ਦੁਆਰਾ ਦੱਸ ਰਿਹਾ ਕਿ ਮਰਦ ਨੂੰ ਸਿਰ ਢੱਕੇ ਬਿਨਾਂ ਜਿਹੜੀ ਆ ਉਹ ਪ੍ਰਾਰਥਨਾ ਕਰਨੀ ਚਾਹੀਦੀ ਆ, ਔਰ ਔਰਤ ਨੂੰ ਜਿਹੜਾ ਆ ਉਹ ਨੰਗੇ ਸਿਰ ਨਹੀਂ ਪ੍ਰਾਰਥਨਾ ਕਰਨੀ ਚਾਹੀਦੀ, ਔਰ ਨਹੀਂ ਉਹਨੂੰ ਜਿਹੜਾ ਆ ਉਹ ਪ੍ਰਚਾਰ ਕਰਨਾ ਚਾਹੀਦਾ। ਸੈਕੰਡ, ਹੁਣ ਆਪਾਂ ਗੱਲ ਕਰਦੇ ਆ, ਇਹ ਤਾਂ ਕਲੀਸਿਆ ਦੇ ਪਤਲ ਸੀ, ਗੱਲ ਕਰਦੇ ਆ ਸਿੰਘਾਂ ਦੇ। ਸਿੰਘ ਜਿਹੜੇ ਸਰਦਾਰ ਆ, ਪੱਗ ਬੰਨ੍ਹ ਕੇ ਜਦੋਂ ਉਹ ਪ੍ਰਚਾਰ ਕਰਦੇ ਆ ਤਾਂ ਉਹ ਸਾਡੇ ਮਸੀਹੀ ਧਰਮ ਨੂੰ ਕਿਸ ਤਰੀਕੇ ਦੇ ਨਾਲ ਗਲਤ ਵਿਆਖਿਆ ਕਰਦੇ ਆ ਔਰ ਲੋਕਾਂ ਨੂੰ ਜਿਹੜਾ ਉਹ ਗੁੰਮਰਾਹ ਕਰਦੇ ਆ। ਨਾ ਤਾਂ ਉਹ ਸਿੱਖੀ ਦੇ ਵਿੱਚ ਆ ਤੇ ਨਾ ਹੀ ਉਹ ਈਸਾਈ ਧਰਮ ਦੇ ਵਿੱਚ ਆ। ਮੈਂ ਕੱਲ ਪਰਸੋਂ ਵੀ ਇੱਕ ਚੈਨਲ ਦੇ ਉੱਤੇ ਡਿਬੇਟ ਸੁਣ ਰਿਹਾ ਸੀ ਕਿਸੇ ਦੀ, ਕੋਈ ਗੁਰਨਾਮ ਸਿੰਘ ਹੈਗਾ ਬਟਾਲੇ ਵੱਲ ਦਾ ਕੋਈ, ਔਰ ਕਾਫੀ ਜਿਹੜੇ 3-4 ਬੰਦੇ ਹੋਰ ਆ, ਮੈਂ ਪੋਸਟ ਤੇ ਵੀ ਪਾਇਆ ਸੀ, ਉਹਨਾਂ ਨੇ ਪੱਗਾਂ ਬੰਨ੍ਹੀਆਂ ਤੇ ਪ੍ਰਚਾਰ ਕਰਦੇ ਆ। ਮੈਂ ਤੁਹਾਨੂੰ ਯਾਦ ਕਰਾ ਦੇਣਾ ਚਾਹੁੰਦਾ ਹਾਂ ਕਿ ਪੱਗ ਬੰਨ੍ਹ ਕੇ ਪ੍ਰਚਾਰ ਕਰਨਾ ਮਸੀਹ ਧਰਮ ਦੇ ਵਿੱਚ ਜਿਹੜਾ ਉਹ ਬਾਈਬਲ ਦੇ ਮੁਤਾਬਕ ਉਹ 100% ਗਲਤ ਹੈ। ਕਿਉਂ? ਉਹ ਸਿੱਖੀ ਸੰਵਿਧਾਨ ਜਿਹੜਾ ਉਹ ਅਲੱਗ ਕੌਮ ਦਾ ਇੱਕ ਨਿਸ਼ਾਨ ਆ। ਪੱਗ ਜਿਹੜੀ ਆ ਉਹ ਖਾਲਸੇ ਦੀ ਨਿਸ਼ਾਨੀ ਆ। ਸਿੱਖ ਇੱਕ ਵੱਖਰੀ ਕੌਮ ਆ, ਪੂਰੀ ਦੁਨੀਆ ਦੇ ਵਿੱਚੋਂ ਵੱਖਰੀ ਕੌਮ ਆ। ਚਾਹੇ 1 ਕਰੋੜ ਆਦਮੀ ਖੜਾ ਹੋਵੇ, ਚਾਹੇ 1 ਅਰਬ ਆਦਮੀ ਖੜਾ ਹੋਵੇ, ਉਹਦੇ ਵਿੱਚ ਜੇਕਰ ਇੱਕ ਸਿੱਖ ਖੜਾ ਆ ਤੇ ਉਹ ਖਾਲਸੇ ਦੀ ਨਿਸ਼ਾਨੀ ਆ। ਜਦ ਤੱਕ ਇਨਸਾਨ ਪੂਰੇ ਤਰੀਕੇ ਦੇ ਨਾਲ ਨਵੇਂ ਸਿਰੇ ਤੋਂ ਕਿਸੇ ਵੀ ਪੁਰਾਣੇ ਆਪਣੇ ਰੀਤੀ ਰਿਵਾਜਾਂ ਤੋਂ ਬਦਲ ਕੇ ਪਰਮੇਸ਼ਵਰ ਪ੍ਰਭੂ ਯਿਸੂ ਵੱਲ ਨਹੀਂ ਮੁੜਦਾ, ਨਵੇਂ ਸਿਰੇ ਤੋਂ ਜਨਮ ਲੈਂਦਾ, ਉਹੀ ਜਿਹੜਾ ਆ ਪ੍ਰਭੂ ਯਿਸੂ ਦਾ ਪੈਰੋਕਾਰ ਹੋ ਸਕਦਾ। ਚਾਹੇ ਉਹ ਸਿੱਖ ਧਰਮ 'ਚ ਜਨਮ ਲੈਂਦਾ ਆ, ਚਾਹੇ ਉਹ ਈਸਾਈ ਧਰਮ 'ਚ ਜਨਮ ਲੈਂਦਾ ਆ, ਚਾਹੇ ਉਹ ਮੁਸਲਮਾਨ ਧਰਮ ਵਿੱਚ ਜਨਮ ਲੈਂਦਾ ਆ, ਕਿਸੇ ਵੀ ਧਰਮ ਦੇ ਵਿੱਚੋਂ ਇਨਸਾਨ ਜਦੋਂ ਪਰਮੇਸ਼ਵਰ ਵੱਲ ਆਉਂਦਾ ਆ ਤਾਂ ਉਹਨੂੰ ਆਪਣੇ ਪੁਰਾਣੀ ਜ਼ਿੰਦਗੀ ਨੂੰ ਛੱਡ ਕੇ ਨਵੇਂ ਸਿਰਿਓਂ ਜ਼ਿੰਦਗੀ ਜਿਉਣ ਦੇ ਲਈ ਪ੍ਰਭੂ ਪਰਮੇਸ਼ਵਰ ਦਾ ਪੁੱਤਰ ਜਾਂ ਪੁੱਤਰੀ ਅਖਵਾਉਣ ਦੇ ਲਈ ਉਹਨੂੰ ਪ੍ਰਭੂ ਯਿਸੂ ਦੇ ਹੁਕਮਾਂ ਦੀ ਪਾਲਣਾ ਤੇ ਉਹਦੇ ਦੱਸੇ ਹੋਏ ਵਚਨ ਦੇ ਅਨੁਸਾਰ ਚੱਲਣ ਦੀ ਜ਼ਰੂਰਤ ਹੈ। ਲੇਕਿਨ ਅੱਜ ਕੀ ਆ, ਹਰੇਕ ਇਨਸਾਨ ਇਹ ਕਹਿੰਦਾ ਕਿ ਜੋ ਮੈਂ ਚਾਹੁੰਦਾ ਆ ਮੈਂ ਉਹ ਕਰਾਂ, ਲੇਕਿਨ ਉਹ ਇਹ ਨਹੀਂ ਚਾਹੁੰਦਾ ਕਿ ਜੋ ਬਾਈਬਲ ਦੇ ਵਿੱਚ ਲਿਖਿਆ ਮੈਂ ਉਹਨੂੰ ਫਾਲੋ ਕਰਾਂ। ਮੈਂ ਇਕੱਲੇ ਸਿੱਖ ਸਰਦਾਰ ਦੀ ਗੱਲ ਨਹੀਂ ਕਰਾਂਗਾ, ਮੈਂ ਸਾਰਿਆਂ ਦੀ ਗੱਲ ਕਰ ਰਿਹਾ। ਇਨਸਾਨ ਨੂੰ, ਹਰੇਕ ਇਨਸਾਨ ਨੂੰ ਨਵੇਂ ਸਿਰੇ ਤੋਂ ਜਨਮ ਲੈਣ ਦੀ ਜ਼ਰੂਰਤ ਹੈ। ਲੇਕਿਨ ਜਦੋਂ ਇੱਕ ਸਿੱਖ ਸਟੇਜ ਤੇ ਚੜ੍ਹ ਕੇ ਆ ਕੇ ਕਹਿੰਦਾ ਬਈ ਮੈਂ ਮਸੀਹ ਨੂੰ ਅਪਣਾ ਲਿਆ ਪੂਰਨ ਤੌਰ ਤੇ,
ਤੇ ਪੱਗ ਉਹ ਸਟਿਲ ਸਿਰ ਤੇ ਰੱਖਦਾ ਤਾਂ ਉਦੋਂ ਝੂਠਾ ਬੰਦਾ ਦੁਨੀਆ ਦੇ ਵਿੱਚ ਹੋਰ ਕੋਈ ਨਹੀਂ ਹੋ ਸਕਦਾ ਜਿਹੜਾ ਪਬਲਿਕ ਦੇ ਵਿੱਚ ਖੜਾ ਹੋ ਕੇ ਇਹ ਇਕਰਾਰ ਤਾਂ ਕਰ ਰਿਹਾ ਵੀ ਮੈਂ ਮਸੀਹ ਨੂੰ ਮੰਨਦਾ, ਲੇਕਿਨ ਆਪਣੀ ਪੁਰਾਣੀ ਜ਼ਿੰਦਗੀ ਨੂੰ, ਆਪਣੀ ਪੁਰਾਣੀ ਪਰੰਪਰਾ ਨੂੰ, ਆਪਣੇ ਪੁਰਾਣੇ ਰੀਤੀ ਰਿਵਾਜਾਂ ਨੂੰ ਉਹ ਨਹੀਂ ਛੱਡਣਾ ਚਾਹੁੰਦਾ। ਲਾਸਟ ਟਾਈਮ ਇਸੇ ਹੀ ਗੁਰਨਾਮ ਸਿੰਘ ਦੇ ਖਿਲਾਫ ਪੁਲਿਸ ਦੇ ਵਿੱਚ ਪਰਚਾ ਦਰਜ ਕਰਵਾਇਆ। ਪਰਮਜੀਤ ਸਿੰਘ ਅਕਾਲੀ ਸਰਲੱਥ ਜਥੇ ਵੱਲੋਂ ਕਿ ਭਾਈ ਜਾਂ ਤਾਂ ਤੂੰ ਆਪਣੀ ਮਸੀਹਤ ਰੱਖ, ਉਹ ਜਾਂ ਤੂੰ ਸਿੱਖੀ 'ਚ ਆ ਜਾ। ਜੇ ਤੂੰ ਸਿੱਖੀ 'ਚ ਨਹੀਂ ਆਉਣਾ, ਜੀ ਸਦਕੇ ਤੂੰ ਜਿਹੜਾ ਆ ਉਹ ਮਸੀਹੀ ਧਰਮ ਅਪਣਾ, ਸਾਨੂੰ ਕੋਈ ਮਨਾਹੀ ਨਹੀਂ, ਲੇਕਿਨ ਤੂੰ ਸਾਡੀ ਪੱਗ ਵਾਪਸ ਕਰ ਦੇ, ਕਿਉਂਕਿ ਇਹ ਸਿੱਖ ਦੀ ਆਇਡੈਂਟੀਫਿਕੇਸ਼ਨ ਆ। ਲੇਕਿਨ ਉਸ ਬੰਦੇ ਨੇ ਪਿਛਲੀ ਵਾਰੀ ਅਕਾਲ ਚੈਨਲ ਉੱਤੇ ਵੀ ਇਹੀ ਬਿਆਨ ਦਿੱਤਾ ਸੀ ਕਿ ਜੀ ਪੱਗ ਮੈਨੂੰ ਜਿਹੜੀ ਆ ਉਹ ਮੇਰੇ ਵਿਰਸੇ ਵਿੱਚ ਮਿਲੀ ਆ। ਬਹੁਤ ਖੁਸ਼ੀ ਦੀ ਗੱਲ ਆ ਕਿ ਵਿਰਸੇ ਵਿੱਚ ਮਿਲੀ ਆ, ਔਰ ਤੁਸੀਂ ਆਪਣੇ ਵਿਰਸੇ ਦੀਆਂ ਚੀਜ਼ਾਂ ਨੂੰ ਜਿਹੜਾ ਆ ਤੁਸੀਂ ਸੰਭਾਲ ਕੇ ਰੱਖਦੇ ਹੋ, ਔਰ ਰੱਖਣੀਆਂ ਚਾਹੀਦੀਆਂ ਵੀ ਆ। ਲੇਕਿਨ ਮੈਂ ਇਸ ਚੀਜ਼ ਦੀ ਮਨਾਹੀ ਨਹੀਂ ਕਰਦਾ ਕਿ ਜਾਂ ਗੁੱਸਾ ਕਰਦਾ ਜਾਂ ਮੈਂ ਵਿਰੋਧਤਾ ਕਰਦਾ ਉਹਨਾਂ ਲੋਕਾਂ ਦੀ ਵੀ ਜਿਹੜੇ ਈਸਾਈ ਧਰਮ ਨੂੰ ਅਪਣਾਉਂਦੇ ਆ। ਹਰੇਕ ਇਨਸਾਨ ਨੂੰ ਆਪਣਾ ਅਧਿਕਾਰ ਆ, ਉਹ ਕਿਸੇ ਵੀ ਧਰਮ ਨੂੰ ਜਾ ਸਕਦਾ। ਸਿੱਖ ਧਰਮ ਵੀ ਇਹਨਾਂ ਸਿੱਖਾਂ ਨੂੰ ਰੋਕਦੀ ਨਹੀਂ ਕਿ ਵੀ ਤੁਸੀਂ ਭਾਈ ਈਸਾਈ ਕਿਉਂ ਬਣ ਰਹੇ ਆ, ਲੇਕਿਨ ਪੂਰਨ ਈਸਾਈ ਤੁਸੀਂ ਬਣੋ, ਪੂਰੀ ਬਾਈਬਲ ਦੇ ਰੀਤੀ ਰਿਵਾਜ ਦੇ ਅਨੁਸਾਰ ਬਣੋ, ਜੋ ਬਾਈਬਲ ਦਾ ਵਚਨ ਦੱਸਦਾ ਆ ਉਹ 'ਚ ਬਣੋ, ਨਾ ਕਿ ਤੁਸੀਂ ਦੂਜੇ ਲੋਕਾਂ ਨੂੰ ਵੀ ਗੁੰਮਰਾਹ ਕਰੋ। ਨਾ ਤਾਂ ਤੁਸੀਂ ਖੁਦ ਬਦਲੇ ਆ, ਔਰ ਨਾ ਤੁਸੀਂ ਦੂਜਿਆਂ ਨੂੰ ਬਦਲਣ ਦੇ ਰਹੇ ਹੋ। ਸਭ ਤੋਂ ਵੱਡੀ ਜਿਹੜੀ ਆ ਪ੍ਰੋਬਲਮ ਜਿਹੜੀ ਇਸ ਵੇਲੇ ਇੱਥੇ ਆ ਕਿ ਜਿਹੜਾ ਇਨਸਾਨ ਖੁਦ ਜਿਹੜਾ ਆ ਉਹ ਨਹੀਂ ਬਦਲਿਆ, ਉਹ ਦੂਜੇ ਨੂੰ ਕਿਸ ਤਰੀਕੇ ਦੇ ਨਾਲ ਬਦਲਣ ਲਈ ਕਿਹੜਾ ਮਸ਼ਵਰਾ ਦੇ ਸਕਦਾ ਹੈ, ਕਿਹੜਾ ਤਜਰਬਾ ਉਹ ਤੁਹਾਨੂੰ ਦੇ ਸਕਦਾ, ਕਿਹੜਾ ਐਕਸਪੀਰੀਅੰਸ ਤੁਹਾਨੂੰ ਉਹ ਦੇ ਸਕਦਾ ਜਿਹਦੇ ਨਾਲ ਕਿਸੇ ਨੂੰ ਉਹ ਗਵਾਹੀ ਕਰਕੇ ਇਹ ਗੱਲ ਨੂੰ ਕਵੇ ਉਹ ਜੀ ਮੈਂ ਬਦਲ ਗਿਆ ਔਰ ਤੁਸੀਂ ਵੀ ਮਸੀਹ ਦੇ ਵਿੱਚ ਆ ਜਾਓ। ਪਰ ਰੂਪ ਤੇਰਾ ਪੁਰਾਣਾ, ਰੀਤੀ ਰਿਵਾਜ ਤੇਰੇ ਪੁਰਾਣੇ। ਕਿਉਂਕਿ ਮੈਂ ਇੱਕ ਨੋਟ ਕਰਾ ਦੇਣਾ ਚਾਹੁੰਦਾ ਲੋਕਾਂ ਨੂੰ ਗੱਲ ਇਹ ਕਿ ਸਿਰ ਤੇ ਦਸਤਾਰ ਤੇ ਕੇਸ, ਗੁਰੂ ਗੋਬਿੰਦ ਸਿੰਘ ਜੀ ਵੱਲੋਂ 5 ਕੱਕੇ ਜਿਹੜੇ ਆ, ਕਕਾਰ ਜਿਹੜੇ ਆ, ਪਾਰਟ ਆਫ ਦੈਟ। ਹੁਣ ਇਹ ਜਿਹੜੇ ਬੰਦੇ ਆ ਇਹ ਜਦੋਂ ਕੱਚੇ ਪੱਕੇ ਦੋਗਲੇ ਜਿਹੜੇ ਆ ਇਹ ਉਨੀ ਢਾਹ ਸਿੱਖੀ ਨੂੰ ਲਾ ਰਹੇ ਆ, ਔਰ ਉਦੋਂ ਚੌਗੜੀ ਢਾਹ ਜਿਹੜੀ ਆ ਇਹ ਮਸੀਹੀ ਧਰਮ ਨੂੰ ਲਾ ਰਹੇ ਆ। ਮੈਂ ਕਹੂੰਗਾ ਕਿ ਜਦੋਂ ਇਸ ਬੰਦੇ ਦੇ ਖਿਲਾਫ ਪੁਲਿਸ ਦੇ ਵਿੱਚ ਰਿਪੋਰਟ ਲਿਖਵਾਈ ਤਾਂ ਉੱਥੇ ਕਮਲ ਬਖਸ਼ੀ ਬਟਾਲੇ ਦਾ, ਖੋਜੇਵਾਲ ਦਾ ਇਹ ਜਿਹੜਾ ਸਹੁਰਾ ਆ ਉਹ, ਪਲੱਸ ਕੁਛ ਅੱਜ ਮੈਂ ਜ਼ਰੂਰ ਇਹ ਸ਼ਬਦ ਯੂਜ਼ ਕਰੂੰਗਾ, ਝੋਲੀ ਚੱਕ ਪਾਸਟਰ ਜਿਨ੍ਹਾਂ ਨੂੰ ਖੁਦ ਬਾਈਬਲ ਬਾਰੇ ਗਿਆਨ ਨਹੀਂ ਗਾ, ਅਨਪੜ੍ਹ ਜਨਤਾ, ਇੱਕ ਕਮੇਟੀ ਦੀ ਮੀਟਿੰਗ ਕਰਕੇ ਮੀਡੀਆ 'ਚ ਕਹਿੰਦੇ ਜੀ ਨਹੀਂ ਜੀ ਪੱਗਾਂ ਤਾਂ ਸਾਡੇ ਵੱਢਣੀਆਂ ਅਲਾਉਡ ਆ, ਸਾਡੇ ਓਲਡ ਟੈਸਟਾਮੈਂਟ ਦੇ ਵਿੱਚ ਪੱਗਾਂ ਬੰਨ੍ਹ ਰਹੇ ਸੀ। ਲਾਨਤ ਆ ਇਹੋ ਜਿਹੇ ਪਾਦਰੀਆਂ ਦੇ, ਲਾਨਤ ਆ ਇਹੋ ਜਿਹੇ ਕ੍ਰਿਸਚਨ ਲੀਡਰ ਦੇ ਜਿਹੜੇ ਆਪਣੇ ਆਪ ਨੂੰ ਕਹਾਉਂਦੇ ਆ, ਜਿਨ੍ਹਾਂ ਨੂੰ ਹਾਲੇ ਤੱਕ ਇਹ ਚੀਜ਼ ਦਾ ਨਹੀਂ ਪਤਾ ਲੱਗਾ ਕਿ ਪ੍ਰਭੂ ਯਿਸੂ ਮਸੀਹ ਦੇ ਆਉਣ ਦਾ ਕਾਰਨ ਕੀ ਹੈ, ਪ੍ਰਭੂ ਯਿਸੂ ਮਸੀਹ ਨੇ ਇਨਸਾਨ ਲਈ ਕੀ ਕੀਤਾ, ਔਰ ਪ੍ਰਭੂ ਯਿਸੂ ਮਸੀਹ ਦੀ ਇਸ ਵੇਲੇ ਇੱਕ ਕ੍ਰਿਸਚਨ ਕਲੀਸਿਆ ਦੇ ਲਈ ਕੀ ਅਹਿਮੀਅਤ ਹੈ। ਇਹੋ ਜਿਹੇ ਜਿਹੜੇ ਲਾਂਤੀ ਪਾਦਰੀ ਆ, ਇਹੋ ਜਿਹੇ ਜਿਹੜੇ ਲਾਂਤੀ ਕ੍ਰਿਸਚਨ ਲੀਡਰ ਆ,
ਇਹੋ ਜਿਹੇ ਲੋਕਾਂ ਦੇ ਮਗਰ ਆ ਕੇ ਸਪੋਰਟ ਕਰਦੇ ਆ। ਕੱਲ ਪਰਸੋਂ ਵੀ ਮੇਰੀ ਇਸੇ ਚੀਜ਼ ਤੇ ਬਹਿਸ ਹੋ ਰਹੀ ਸੀ, ਤਾਂ ਉਹਦੇ ਵਿੱਚ ਕੀ ਕਹਿੰਦੇ ਆ ਇਹ ਲੋਕ, ਭਈ ਅਨਪੜ੍ਹ ਬੰਦਾ ਜਿਹਨੂੰ ਊੜਾ ਐੜਾ ਵੀ ਲਿਖਣਾ ਨਹੀਂ ਆਉਂਦਾ, ਸਕੂਲੇ ਹੀ ਨਹੀਂ ਗਿਆ ਕਦੀ, ਉਹ ਪਾਸਟਰ ਹੈ ਜੀ। ਜਿਹਨੂੰ ਬਾਈਬਲ ਨਹੀਂ ਪੜ੍ਹਨੀ ਆਉਂਦੀ, ਬਚਨ ਨਹੀਂ ਪੜ੍ਹਨਾ ਆਉਂਦਾ, ਉਹ ਕਿਸੇ ਤਰੀਕੇ ਦੇ ਨਾਲ ਕਲੀਸਿਆ ਨੂੰ ਸਮਝਾਏਗਾ, ਕਿਹੜੇ ਤਰੀਕੇ ਦੇ ਨਾਲ ਕਲੀਸਿਆ ਨੂੰ ਵਚਨ ਦੇਗਾ। ਲੇਕਿਨ ਉਹ ਇਹ ਕਹਿੰਦੇ ਜੀ ਤੁਸੀਂ ਖੁਦਾ ਦੇ ਦਾਸਾਂ ਦੇ ਖਿਲਾਫ ਨਾ ਬੋਲੋ। ਬਈ ਖੁਦਾ ਦੇ ਦਾਸ ਤਾਂ ਉਹ ਆ ਜਿਹੜੇ ਖੁਦਾ ਦੀ ਸੇਵਾ ਕਰਦੇ ਆ, ਜਿਹੜੇ ਖੁਦਾ ਦੇ ਹੁਕਮਾਂ ਨੂੰ ਮੰਨਦੇ ਆ, ਜਿਹੜੇ ਖੁਦਾ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਆ, ਉਹਨਾਂ ਨੂੰ ਤੁਸੀਂ ਖੁਦਾ ਦੇ ਦਾਸ ਕਹਿ ਸਕਦੇ ਹੋ। ਤਾਂ ਜਿਹੜੇ ਲੋਕ ਖੁਦਾ ਦੇ ਦਾਸ ਹੀ ਨਹੀਂ ਗੇ, ਜਿਹੜੇ ਖੁਦਾ ਦੇ ਹੁਕਮ ਦੀ ਪਾਲਣਾ ਹੀ ਨਹੀਂ ਕਰਦੇ, ਜਿਹੜੇ ਖੁਦਾ ਦੇ ਹੁਕਮ ਬਾਰੇ ਕੁਝ ਜਾਣਦੇ ਹੀ ਨਹੀਂ, ਜਿਹੜੇ ਖੁਦਾ ਦੇ ਬਾਰੇ ਇੱਕ ਲਫ਼ਜ਼ ਵੀ ਨਹੀਂ ਜਾਣਦੇ, ਜਿਨ੍ਹਾਂ ਨੂੰ ਬਾਈਬਲ ਵੀ ਨਹੀਂ ਪੜ੍ਹਨੀ ਆਉਂਦੀ, ਜਿਨ੍ਹਾਂ ਕੋਲ ਬਾਈਬਲ ਦਾ ਤਜਰਬਾ ਕੋਈ ਨਹੀਂ, ਜਿਨ੍ਹਾਂ ਕੋਲ ਬਾਈਬਲ ਦੀ ਡਿਗਰੀ ਕੋਈ ਨਹੀਂ, ਬਾਈਬਲ ਦਾ ਸਕੂਲ ਨਹੀਂ ਕਿਤੇ ਗਏ, ਉਹ ਕਿਤੇ ਉਹਨਾਂ ਦਾ ਕੋਈ ਤਜਰਬਾ ਨਹੀਂ ਗਾ, ਉਹ ਕਲੀਸਿਆ ਨੂੰ ਕਿਹੋ ਜਿਹੀ ਉਹ ਦੇਣਗੇ ਸਿੱਖਿਆ। ਬਹੁਤ ਦੁੱਖ ਦੇ ਨਾਲ ਕਹਿਣਾ ਪੈਂਦਾ, ਅਸੀਂ ਸਾਰੇ ਦੇ ਸਾਰੇ ਜਿਹੜੇ ਆ ਉਹ ਪੰਜਾਬ ਦੇ ਵਿੱਚ ਈਸਾਈ ਜਿਹੜੇ ਆ ਵਾਕਿਆ ਹੀ ਗੈਰ ਕੌਮਾਂ ਤੋਂ ਅਸੀਂ ਨਿਕਲ ਕੇ ਆਏ ਹੋਏ ਆ, ਔਰ ਅਸੀਂ ਵੀ ਸਾਰੇ ਕਨਵਰਟਡ ਹੈਗੇ ਆ। ਸਾਡੇ ਪੇਦਾਦੇ ਜਿਹੜੇ ਸੀ ਉਹ ਇਹਨਾਂ ਰੀਤੀ ਰਿਵਾਜਾਂ ਵਿੱਚ ਫਸੇ ਹੋਏ ਸੀ, ਜਿਨ੍ਹਾਂ ਚੋਂ ਅੱਜ ਅਸੀਂ ਨਿਕਲ ਕੇ ਆਏ ਹੈਗੇ ਆ। ਲੇਕਿਨ ਮੈਂ ਇੱਥੇ ਇਸ ਚੀਜ਼ ਨੂੰ ਕਲੀਅਰ ਕਰਨਾ ਚਾਹੁੰਦਾ ਕਿ ਅਸੀਂ ਉਹਨਾਂ ਰੀਤੀ ਰਿਵਾਜਾਂ ਪੁੱਛਾਂ ਤੋਂ, ਮੜੀਆਂ ਮੂਹਰੇ ਮੱਥਾ ਟੇਕਣ ਤੋਂ, ਦੀਵੇ ਜਗਾਉਣ ਤੋਂ, ਹੱਥ ਦਿਖਾਲਣ ਤੋਂ, ਕੱਪੜੇ ਪੜਾ ਕੇ ਘਰ ਦੇ ਵਿੱਚ ਲੈ ਕੇ ਆਉਣੇ, ਪਾਣੀ ਪੜਾ ਕੇ ਘਰ ਦੇ ਵਿੱਚ ਲੈ ਕੇ ਆਉਣਾ, ਤੇਲ ਪੜਾ ਕੇ ਲੋਕਾਂ ਕੋਲੋਂ ਘਰ 'ਚ ਲੈ ਕੇ ਆਉਣਾ, ਇਹ ਰੀਤੀ ਰਿਵਾਜਾਂ ਨੂੰ ਸਾਰਿਆਂ ਨੂੰ ਹੀ ਛੱਡ ਕੇ ਅਸੀਂ ਪ੍ਰਭੂ ਯਿਸੂ ਮਸੀਹ ਵੱਲ ਆਏ ਸੀ। ਤੇ ਅੱਜ ਕੀ ਹੈ ਜੀ, ਉਹ ਪੁਰਾਣੀਆਂ ਚੀਜ਼ਾਂ ਨੂੰ ਸਾਰੀਆਂ ਨੂੰ ਇਹਨਾਂ ਪਖੰਡੀਆਂ ਨੇ ਲਿਆ ਕੇ ਨਵੀਂ ਪੀੜ੍ਹੀ ਨੂੰ ਉਹਨਾਂ ਵੱਲ ਫੇਰ ਦੁਬਾਰਾ ਮੋੜ ਦਿੱਤਾ। ਜਿਨ੍ਹਾਂ ਪੁਰਾਣੇ ਰੀਤੀ ਰਿਵਾਜਾਂ ਚੋਂ ਕੌਮ ਨਿਕਲ ਕੇ ਜਿਨ੍ਹਾਂ ਨੇ ਪ੍ਰਭੂ ਯਿਸੂ ਨੂੰ ਅਪਣਾਇਆ ਸੀ, ਉਹ ਵੀ ਅੱਜ ਗਮਰਾਹ ਹੋ ਗਏ, ਇਹਨਾਂ ਦੇ ਲੋਕਾਂ ਦੇ ਪਖੰਡਾਂ ਦੇ ਵਿੱਚ ਫਸ ਗਏ। ਕਿਉਂ ਕਿ ਇਹ ਲੋਕ ਜਿਹੜੇ ਆ ਨਹੀਂ ਚਾਹੁੰਦੇ, ਖੁਦ ਬਚਨ ਨੂੰ ਨਹੀਂ ਦੇਖਣਾ ਚਾਹੁੰਦੇ, ਬਚਨ ਦੇ ਉੱਤੇ ਚੱਲਣਾ ਨਹੀਂ ਚਾਹੁੰਦੇ, ਸਿਰਫ ਤੇ ਸਿਰਫ ਚਮਤਕਾਰਾਂ ਦੇ ਵਿੱਚ ਫਸੇ ਹੋਏ ਲੋਕ ਜਿਹੜੇ ਆ ਉਹ ਕੰਪਲੀਟ ਤੌਰ ਤੇ ਇਹ ਭੁੱਲ ਚੁੱਕੇ ਆ ਕਿ ਵਾਕਿਆ ਹੀ ਪ੍ਰਭੂ ਯਿਸੂ ਮਸੀਹ ਕੌਣ ਆ, ਉਹਦੇ ਆਉਣ ਦਾ ਮਕਸਦ ਕੀ ਆ, ਉਹ ਕਿਉਂ ਆਇਆ, ਔਰ ਸਾਨੂੰ ਕਿਉਂ ਇਹ ਜਿਹੜੀ ਉਹ ਜ਼ਿੰਦਗੀ ਬਖਸ਼ ਰਿਹਾ ਜਿਹਨੂੰ ਅਸੀਂ ਹਾਸਲ ਕਰਨਾ। ਇਸ ਬਾਰੇ ਮੈਂ ਫਿਰ ਕਿਸੇ ਵੇਲੇ ਡਿਸਕਸ਼ਨ ਆਪਾਂ ਕਰਾਂਗੇ, ਲੇਕਿਨ ਮੁੱਦਾ ਇਸ ਵੇਲੇ ਜਿਹੜਾ ਹੈਗਾ ਆ ਉਹ ਸਿਰ ਢੱਕਣ ਦਾ। ਇਸ ਕਰਕੇ ਮੈਂ ਅੱਜ ਇਹ ਖੁਲਾਸਾ ਕਰਨਾ ਚਾਹੁੰਦਾ ਕਿ ਬਾਈਬਲ ਦਾ ਬਚਨ ਜਿਹੜਾ ਉਹ 100% ਸ਼ੁੱਧ ਵਾ, ਔਰ ਕੋਈ ਵੀ ਸਿੱਖ ਪੱਗ ਬੰਨ੍ਹ ਕੇ ਆ ਕੇ ਬਾਈਬਲ ਦਾ ਪ੍ਰਚਾਰ ਕਰਦਾ ਤੇ ਕਹਿੰਦਾ ਮੈਂ ਪਾਦਰੀ ਹਾਂ ਔਰ ਸਿੱਖੀ ਰੂਪ ਧਾਰਨ ਕੀਤਾ ਹੋਇਆ, ਉਹ ਕਾਨੂੰਨੀ ਤੌਰ ਤੇ ਗਲਤ ਆ, ਦੁਨਿਆਵੀ ਤੌਰ ਤੇ ਵੀ ਗਲਤ ਆ, ਰੂਹਾਨੀ ਤੌਰ ਤੇ ਵੀ ਗਲਤ ਆ। ਜਿਹੜਾ ਇਨਸਾਨ ਬਦਲਿਆ ਨਹੀਂ, ਸੰਤ ਪੌਲੁਸ ਲਿਖਦੇ ਆ ਵੀ ਤੁਸੀਂ ਕਿਸੇ ਵੀ ਨਵੇਂ ਵਿਸ਼ਵਾਸੀ ਨੂੰ ਜਿਹੜਾ ਆ ਉਹ ਲੀਡਰ ਨਾ ਬਣਾਓ। ਤੇ ਅੱਜ ਕੀ ਹੈ, ਨਾ ਤਾਂ ਉਸ ਸਿੰਘ ਦੇ ਕੋਲ ਕੋਈ ਹੈਗੀ ਆ ਕੋਈ ਸਟੱਡੀ ਹੈ ਬਾਈਬਲ ਦੀ, ਨਾ ਉਹਦੇ ਕੋਲ ਕੋਈ ਐਕਸਪੀਰੀਅੰਸ ਆ, ਨਾ ਉਹਦੇ ਕੋਲ ਕੋਈ ਤਜਰਬਾ ਆ, ਨਾ ਉਹ ਕਦੀ ਉਹਨੇ ਆਪਣਾ ਸਮਾਂ ਚਰਚ ਦੇ ਵਿੱਚ ਬਿਤਾਇਆ, ਤੇ ਉਹਨੂੰ ਜਿਹੜਾ ਆ ਪਾਦਰੀ ਦਾ ਅਹੁਦਾ ਦੇ ਕੇ, ਸਰਟੀਫਿਕੇਟ ਦੇ ਕੇ ਸਾਡੇ ਕੁਛ ਬੇਵਕੂਫ ਲੋਕਾਂ ਨੇ ਇਹ ਰਸਮ ਨੂੰ ਸ਼ੁਰੂ ਕੀਤਾ। ਸਭ ਤੋਂ ਵੱਡਾ ਮਹਾਂ ਜਿਹਨੂੰ ਤੁਸੀਂ ਕਹਿ ਸਕਦੇ ਹੋ ਠੱਗ ਬੰਦਾ ਮਸੀਹੀ ਸੰਸਾਰ ਦਾ ਫਰੈਡੀ ਜੋਜ਼ਫ,
उस वेले भी उन्हें अपने मसीही संसार दे विच इस खबर नूं लाया सी और हुण भी वो इन्हां लोकां दी हमायत करदा ते ਇਹ ਹਮਾਇਤ ਕਰਦਾ ਵੀ ਸਿੱਖੀ ਤੁਸੀਂ ਆ ਕੇ ਸਾਡੇ ਪ੍ਰਚਾਰ ਕਰੋ, ਕੋਈ ਸਾਨੂੰ ਪ੍ਰੋਬਲਮ ਨਹੀਂ। ਉਹਦੀ ਵਜ੍ਹਾ ਕਿਉਂਕਿ ਉਹਦਾ ਸਿਰਫ ਤੇ ਸਿਰਫ ਇਹ ਕੰਮ ਆ ਇਹੋ ਜਿਹੇ ਗਲਤ ਲੋਕਾਂ ਨੂੰ ਪ੍ਰਮੋਟ ਕਰਨਾ ਤੇ ਆਪਣੀ ਨਿਊਜ਼ ਦੇ ਵਿੱਚ ਜਿਹੜਾ ਆ ਉਹ ਉਹਨਾਂ ਕੋਲੋਂ ਜਿਹੜਾ ਆ ਉਹ ਪੈਸਾ ਲੈਣਾ। ਇਹ ਸਿਰਫ ਤੇ ਸਿਰਫ ਇਹ ਲੋਕ ਆਪਣੇ ਪੈਸੇ ਦੇ ਲਈ, ਆਪਣੇ ਧੰਦੇ ਦੇ ਲਈ ਪਰਮੇਸ਼ਵਰ ਦੇ ਵਚਨ ਨੂੰ ਵੇਚ ਰਹੇ ਆ, ਲੇਕਿਨ ਆਪਣੇ ਫਾਇਦੇ ਦੇ ਲਈ ਇਹ ਵੇਚ ਇਸ ਕਰਕੇ ਰਹੇ ਆ ਕਿ ਇਹਨਾਂ ਨੂੰ ਪੈਸਾ ਆ ਰਿਹਾ। ਮੈਂ ਪਹਿਲਾਂ ਵੀ ਇੱਕ ਲਿਖ ਕੇ ਪਾਇਆ ਹੈਗਾ ਕਿ ਬਿਨਾਂ ਐਜੂਕੇਸ਼ਨ ਤੋਂ, ਬਿਨਾਂ ਲਾਇਸੈਂਸ ਤੋਂ ਕੋਈ ਡਾਕਟਰ ਕਿਸੇ ਦੀ ਸਰਜਰੀ ਨਹੀਂ ਕਰਦਾ, ਉਹਦੀ ਟ੍ਰੀਟਮੈਂਟ ਨਹੀਂ ਕਰਦਾ, ਕਿਉਂਕਿ ਮੌਤ ਦਾ ਖਤਰਾ। ਕਾਨੂੰਨ ਇਸ ਚੀਜ਼ ਤੋਂ ਮਨਾਹੀ ਕਰਦਾ। ਇਸੇ ਤਰੀਕੇ ਨਾਲ ਕੋਈ ਵਕੀਲ ਆ, ਜੇ ਉਹ ਪੜ੍ਹਿਆ ਲਿਖਿਆ ਵਕੀਲ ਨਹੀਂ ਗਾ, ਜੇ ਉਹਨੇ ਬਾਰ ਦਾ ਲਾਇਸੈਂਸ ਪਾਸ ਨਹੀਂ ਕੀਤਾ ਤੇ ਉਹ ਇਨਸਾਨ ਜਿਹੜਾ ਕੋਰਟ ਦੇ ਵਿੱਚ ਕੇਸ ਜੱਜ ਦੇ ਸਾਹਮਣੇ ਪ੍ਰੈਜ਼ੈਂਟ ਨਹੀਂ ਕਰ ਸਕਦਾ। ਕੋਈ ਵੀ ਜਿਹੜੀ ਕਿਸੇ ਤਰੀਕੇ ਨਾਲ ਆਪਣੇ ਉਹ ਕਲਾਇੰਟ ਨੂੰ ਬਚਾ ਨਹੀਂ ਸਕਦਾ, ਕਿਉਂਕਿ ਉਹਦੇ ਕਲਾਇੰਟ ਨੂੰ ਜੇਲ੍ਹ ਹੋਏਗੀ, ਉਹ ਹਾਰ ਜਾਏਗਾ, ਉਹ ਨੁਕਸਾਨ ਹੋਏਗਾ। ਲੇਕਿਨ ਇੱਕ ਪਾਦਰੀ ਪੰਜਾਬ ਦਾ ਸਪੈਸ਼ਲੀ, ਜਿਹਨੂੰ ਨਾ ਐਜੂਕੇਸ਼ਨ ਦੀ ਜ਼ਰੂਰਤ ਆ, ਉਹ ਡਾਕਟਰ ਵੀ ਬਣਿਆ ਹੋਇਆ, ਉਹ ਵਕੀਲ ਵੀ ਬਣਿਆ ਹੋਇਆ, ਉਹ ਲੋਕਾਂ ਨੂੰ ਕਾਉਂਸਲ ਵੀ ਕਰ ਰਿਹਾ, ਪੜ੍ਹਾਈ ਉਹਦੇ ਕੋਲ ਹੈ ਨਹੀਂ, ਜਿਹਦੇ ਵਿੱਚ ਆਤਮਿਕ ਤੌਰ ਤੇ ਸਰੀਰਕ ਤੌਰ ਤੇ ਦੋਨਾਂ ਦੀ ਮੌਤ ਦਾ ਜ਼ਿੰਮੇਵਾਰ ਆ। ਲੋਕ ਬਿਮਾਰ ਆ, ਜਗ੍ਹਾ ਜਗ੍ਹਾ ਤੇ ਜਾ ਕੇ ਪ੍ਰਚਾਰ ਕਰਦੇ ਆ ਅਸੀਂ ਠੀਕ ਕਰ ਦਾਂਗੇ, ਡਾਕਟਰ ਦਾ ਕੰਮ ਕਰ ਰਹੇ ਆ। ਵਕੀਲ ਆਉਂਦਾ ਕਾਉਂਸਲ ਕਰਨਾ, ਇੱਕ ਸਪਿਰਚੁਅਲ ਤੌਰ ਤੇ ਬੰਦੇ ਨੂੰ ਕਾਉਂਸਲਿੰਗ ਦੀ ਲੋੜ ਹੈਗੀ ਕਿ ਪ੍ਰਮਾਤਮਾ ਦੇ ਸਹੀ ਰਸਤੇ ਕਿੱਦਾਂ ਚੱਲ ਸਕੇ। ਉਹ ਜਿਹੜੇ ਬੰਦੇ ਨੂੰ ਖੁਦ ਨੂੰ ਬਾਈਬਲ ਸਟੱਡੀ ਨਹੀਂ ਕੀਤੀ, ਉਹਨੂੰ ਇਹ ਨਹੀਂ ਪਤਾ ਕਿ ਬਾਣੀ ਕੀ ਕਹਿੰਦੀ ਆ, ਤੇ ਉਹ ਆਤਮਿਕ ਤੌਰ ਤੇ ਵੀ ਤੁਹਾਡਾ ਕਾਤਲ ਆ, ਜ਼ਿੰਮੇਵਾਰ ਆ। ਸਰੀਰਕ ਮੌਤ ਦਾ ਵੀ ਜ਼ਿੰਮੇਵਾਰ ਆ ਤੇ ਆਤਮਿਕ ਮੌਤ ਦਾ ਵੀ ਜ਼ਿੰਮੇਵਾਰ ਹੈ। ਕਿਉਂ ਕਿ ਬਾਈਬਲ ਦੇ ਵਿੱਚ ਦੂਜੀ ਮੌਤ ਦਾ ਜ਼ਿਕਰ ਕੀਤਾ ਗਿਆ ਹੈ। ਸਰੀਰਕ ਮੌਤ ਤਾਂ ਹੈ ਹੀ ਹੈ, ਲੇਕਿਨ ਆਤਮਿਕ ਮੌਤ ਦਾ ਵੀ ਜਿਹੜਾ ਜ਼ਿਕਰ ਆ, ਇਹ ਦੋਨੇ ਹੀ ਮੌਤਾਂ ਦਾ ਇਹ ਜਿਹੜਾ ਅਨਪੜ੍ਹ ਪਾਦਰੀ ਆ, ਜਿਹੜਾ ਇੱਕ ਜਾਣਦਾ ਹੀ ਕੁਛ ਨਹੀਂ ਹੈਗਾ, ਉਹ ਦੋਨਾਂ ਮੌਤਾਂ ਦਾ ਜ਼ਿੰਮੇਵਾਰ ਆ। ਮੇਰੀ ਇਸ ਚੀਜ਼ ਦੀ ਉਹਨਾਂ ਪਾਦਰੀਆਂ ਅੱਗੇ ਵੀ ਆ ਵੀ ਭਾਈ ਤੁਸੀਂ ਪੈਸਾ ਨਾ ਕਮਾਓ, ਤੁਸੀਂ ਆਪਣੀ ਜਾਨ ਵੀ ਗਵਾ ਰਹੇ ਹੋ। ਤੁਸੀਂ ਆਪਣੇ ਵੱਲ ਝਾਤ ਮਾਰ ਕੇ ਦੇਖੋ ਕਿ ਤੁਹਾਡੀ ਇੱਕ ਪਾਸਟਰ ਦੀ ਜ਼ਿੰਮੇਵਾਰੀ ਕੀ ਆ। ਤੁਸੀਂ ਜਿਹੜੀਆਂ ਰੂਹਾਂ ਪਰਮੇਸ਼ਵਰ ਤੋਂ ਬਰਬਾਦੀ ਵੱਲ ਨੂੰ ਲੈ ਕੇ ਜਾ ਰਹੇ ਹੋ, ਤੁਸੀਂ ਉਹਨਾਂ ਦੇ ਭਾਗੀਦਾਰ ਵੀ ਹੋ। ਆਪਣੇ ਆਪ ਤਾਂ ਤੁਸੀਂ ਹੈਗੇ ਹੋ, ਲੇਕਿਨ ਦੂਜਿਆਂ ਦਾ ਗੁਨਾਹ ਵੀ ਤੁਹਾਡੇ ਸਿਰ ਤੇ ਆ। ਮੌਕਾ ਆ ਕਿ ਤੁਸੀਂ ਤੌਬਾ ਕਰੋ, ਆਪਣੀ ਪ੍ਰੋਪਰ ਸਿੱਖਿਆ ਲਵੋ, ਪਰਮੇਸ਼ਵਰ ਦੇ ਲੜ ਲੱਗੋ। ਦੂਜੇ ਪਖੰਡੀਆਂ ਦੇ ਮਗਰ ਦੇਖ ਕੇ ਉਸੇ ਪਖੰਡ ਨੂੰ ਨਾ ਅਪਣਾਓ। ਜੋ ਵਚਨ ਬਾਈਬਲ ਦੇ ਵਿੱਚ ਲਿਖਿਆ ਉਸੇ ਹੀ ਵਚਨ ਨੂੰ ਪਾਲਣਾ ਕਰੋ। ਕਿਸੇ ਇਨਸਾਨ ਦੀਆਂ ਦਲੀਲਾਂ ਮਗਰ ਨਾ ਲੱਗੋ। ਇਹ ਲੋਕਾਂ ਨੂੰ ਵੀ ਮੇਰੀ ਅਪੀਲ ਆ। ਬਹੁਤ ਸਾਰੇ ਲੋਕ ਜਿਹੜੇ ਆ ਅੱਜ ਡਾਕਟਰਾਂ ਨੂੰ ਛੱਡ ਕੇ ਇਹ ਜਿਹੜੇ ਪਖੰਡੀ ਆ, ਇਹ ਜਿਹੜੇ ਝੂਠੇ ਲੋਕ ਆ, ਜਗ੍ਹਾ ਜਗ੍ਹਾ ਤੇ ਜਾ ਕੇ ਅੱਜ ਬਿਲਬੋਰਡ ਸਾਈਨ ਲਾ ਕੇ ਟੈਲੀਵਿਜ਼ਨਾਂ ਦੇ ਉੱਤੇ ਜਿਹੜਾ ਆ ਇਸ਼ਤਿਹਾਰ ਦਿੰਦੇ ਹੈਗੇ ਆ, ਅਖਬਾਰਾਂ 'ਚ ਇਸ਼ਤਿਹਾਰ ਦਿੰਦੇ ਹੈਗੇ ਆ, ਹਸਪਤਾਲਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਭਰਮਾਉਂਦੇ ਹੈਗੇ ਆ ਕਿ ਆਓ ਅਸੀਂ ਤੁਹਾਡੀਆਂ ਬਿਮਾਰੀਆਂ ਨੂੰ ਚੰਗਾ ਕਰ ਦਾਂਗੇ। ਪ੍ਰਭੂ ਯਿਸੂ ਦੇ ਆਉਣ ਦਾ ਮਤਲਬ ਤੁਹਾਡਾ ਸਿਰਫ ਤੇ ਸਿਰਫ ਬਿਮਾਰੀਆਂ ਨੂੰ ਚੰਗਾ ਕਰਨਾ ਨਹੀਂ ਗਾ। ਪ੍ਰਭੂ ਯਿਸੂ ਮਸੀਹ ਤੁਹਾਡੀ ਪੂਰੀ ਜ਼ਿੰਦਗੀ ਨੂੰ ਚੰਗਾਈ ਬਖਸ਼ਣਾ ਚਾਹੁੰਦਾ ਹੈ, ਸਰੀਰਕ ਵੀ ਤੇ ਆਤਮਿਕ ਤੌਰ ਤੇ ਵੀ। ਇਸ ਲਈ ਮੈਂ ਜ਼ਿਕਰ ਕੀਤਾ ਕਿ ਇਹ ਜਿਹੜੇ ਲੋਕ ਆ, ਇਹ ਡਾਕਟਰ ਦਾ ਕੰਮ ਵੀ ਕਰ ਰਹੇ ਆ ਔਰ ਇਹ ਲੋਕ ਵਕੀਲ ਦਾ ਕੰਮ ਵੀ ਕਰ ਰਹੇ ਆ ਬਿਨਾਂ ਲਾਇਸੈਂਸ ਤੋਂ।
ਜ਼ਰੂਰੀ ਆ ਇਹੋ ਜਿਹੇ ਪਖੰਡੀ ਲੋਕਾਂ ਨੂੰ, ਗਮਰਾਹ ਕਰਨ ਵਾਲੇ ਲੋਕਾਂ ਨੂੰ ਨੱਥ ਪਾਉਣ ਦੀ ਜ਼ਰੂਰਤ ਆ ਕਿ ਇਹ ਲੋਕ ਇੱਕ ਚੋਰ ਦੇ ਰੂਪ ਦੇ ਵਿੱਚ ਆ ਕੇ ਸਾਡਾ ਜਿਹੜਾ ਧਨ ਦੌਲਤ, ਮਨ ਦੀ ਸ਼ਾਂਤੀ ਨੂੰ ਜਿਹੜਾ ਉਹ ਖਤਮ ਕਰ ਰਹੇ ਆ। ਬਹੁਤ ਸਾਰੇ ਲੋਕ ਆ ਜਿਹੜੇ ਇਸ ਧੰਦੇ ਦੇ ਵਿੱਚ ਆ ਕੇ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਦੀ ਸੱਚੀ ਬਾਣੀ ਨੂੰ ਜਿਹੜਾ ਆ ਉਹ ਲੋਕਾਂ ਤੱਕ ਪਹੁੰਚਣ ਤੋਂ ਰੋਕ ਰਹੇ ਆ। ਦੋਸਤੋ, ਮੈਂ ਜ਼ਿਆਦਾ ਲੰਬਾ ਸਮਾਂ ਨਹੀਂ ਤੁਹਾਡੇ ਨਾਲ ਲਾਂਗਾ, ਲੇਕਿਨ ਮੈਂ ਇੱਥੇ ਬਸ ਕਰਦਿਆਂ ਹੋਇਆਂ ਤੁਹਾਡੇ ਨਾਲ ਇਜਾਜ਼ਤ ਲਵਾਂਗਾ। ਲੇਕਿਨ ਮੈਂ ਇਹ ਪ੍ਰੇਅਰ ਤੁਹਾਡੇ ਨਾਲ ਕਰ ਰਿਹਾ ਕਿ ਪਰਮੇਸ਼ਵਰ ਸਾਡੀ ਇਸ ਗੱਲਬਾਤ ਨੂੰ ਤੁਹਾਡੇ ਦਿਲ ਤੇ ਦਿਮਾਗ ਦੇ ਉੱਤੇ ਅਸਰ ਕਰਨ ਵਾਲੀ ਸਾਡੀ ਇਹ ਗੱਲਬਾਤ ਹੋਵੇ, ਔਰ ਇਸ ਨੂੰ ਮਸਲੇ ਨੂੰ ਹੱਲ ਕਰਨ ਲਈ ਹਰ ਇੱਕ ਈਸਾਈ ਦਾ ਫਰਜ਼ ਬਣਦਾ ਕਿ ਉਹ ਇਹਨੂੰ ਸੋਚੇ। ਝੂਠ ਦੇ ਪ੍ਰਚਾਰ ਨੂੰ ਬੰਦ ਕੀਤਾ ਜਾਵੇ ਤਾਂ ਜੋ ਆਉਣ ਵਾਲਾ ਸਮਾਂ ਜਿਹੜਾ ਆ ਉਹ ਜ਼ਰੂਰੀ ਆ ਕਿ ਅਸੀਂ ਪਰਮੇਸ਼ਵਰ ਦੇ ਸਨਮੁਖ ਰਹਿ ਸਕੀਏ ਔਰ ਉਹਦੀ ਹੀ ਉਸਤਤ ਕਰ ਸਕੀਏ, ਨਾ ਕਿ ਕਿਸੇ ਇਨਸਾਨ ਦੀ ਉਸਤਤ ਕਰ ਸਕੀਏ। ਧੰਨਵਾਦ ਜੀ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ। ਪਰਮੇਸ਼ਵਰ ਤੁਹਾਨੂੰ ਬਹੁਤ ਸਾਰੀ ਬਰਕਤ ਦੇਵੇ ਇਸ ਸਪੈਸ਼ਲੀ ਸਮੇਂ ਦੇ ਵਿੱਚ ਜਿੱਥੇ ਬਹੁਤ ਸਾਰੀ ਬਿਮਾਰੀ ਦਾ ਭਰਮਾਰਾ, ਲੋਕ ਆਪਣੇ ਕਾਫੀ ਦੁੱਖਾਂ ਦੇ ਵਿੱਚ ਆ, ਫਾਈਨੈਂਸ਼ੀਅਲੀ ਵੀ ਆ ਔਰ ਫਿਜ਼ੀਕਲੀ ਵੀ ਆ ਔਰ ਇਮੋਸ਼ਨਲੀ ਵੀ ਆ। ਸਾਰਿਆਂ ਨੂੰ ਪਰਮੇਸ਼ਵਰ ਬਲ ਬਖਸ਼ਣ ਦੀ ਤਾਕਤ ਬਖਸ਼ੇ। ਜੈ ਮਸੀਹ ਦੀ ਸਾਰਿਆਂ ਨੂੰ। ਆਮੀਨ।